ਨੈਕਸਟ ਟੌਪਿਕ ਜਿਹੜਾ ਹੈਗਾ ਜੀ ਪ੍ਰੋਡਕਸ਼ਨ ਥਿਊਰੀ। ਪ੍ਰੋਡਕਸ਼ਨ ਥਿਊਰੀ ਸਭ ਤੋਂ ਪਹਿਲਾਂ ਸਾਡਾ ਕੁਐਸਚਨ ਆਉਂਦਾ ਪ੍ਰੋਡਕਸ਼ਨ ਫੰਕਸ਼ਨ ਦਾ। ਪ੍ਰੋਡਕਸ਼ਨ ਫੰਕਸ਼ਨ ਕੀ ਹੈ? ਪ੍ਰੋਡਕਸ਼ਨ ਫੰਕਸ਼ਨ ਇਜ਼ ਦੀ ਪ੍ਰੋਸੈਸ ਵਿਚ ਸ਼ੋ ਦੀ ਰਿਲੇਸ਼ਨਸ਼ਿਪ ਬਿਟਵੀਨ ਇਨਪੁਟਸ ਆਫ ਦੀ organization and output of the organization. Input may be land, labor, capital, entrepreneurship, etc. Production function is the process which show the relationship between input of the organization and output of the organization. Input, labor, land, capital, entrepreneurship, etc. and output will be goods or services. Production function can be shown by two ways, with one variable input and with two variable. Always production function will be shown by labor and capital. Always जब भी अपना show करते हैं labor और capital ਦੇ ਨਾਲ ਹੀ show करते हैं। दो प्रकार ਨਾਲ production function ਨੂੰ show ਕਰਿਆ ਜਾ ਸਕਦਾ ਹੈ। ज़्यादा एक वेरिएबल इनपुट होएगा ਜਾਂ ਫਿਰ ਦੋਨੋਂ ਹੀ ਵੇਰੀਏਬਲ ਇਨਪੁਟ ਹੋਣਗੇ। ਆਪਾਂ ਪਹਿਲਾਂ ਸਿੰਪਲ ਜੀ ਗੱਲ ਕਰੀਏ, ਸ਼ੋਰਟ ਰਨ ਦੇ ਵਿੱਚ ਹੀ ਅਵੇਲੇਬਿਲਿਟੀ ਹੁੰਦੀ ਹੈ ਕਿ ਤੁਸੀਂ ਇੱਕ ਵੇਰੀਏਬਲ ਨੂੰ ਜੋ ਹੈ ਫਿਕਸ ਕਰ ਸਕਦੇ ਹੋ, ਇੱਕ ਇਨਪੁਟ ਨੂੰ ਵੇਰੀਏਬਲ ਰੱਖ ਸਕਦੇ ਹੈਗੇ। ਦੋਨੋਂ ਤੁਸੀਂ ਕਦੇ ਵੀ ਵੇਰੀਏਬਲ ਸ਼ੋਰਟ ਰਨ ਦੇ ਵਿੱਚ ਨਹੀਂ ਰੱਖ ਸਕਦੇ। ਸਭ ਤੋਂ ਪਹਿਲਾਂ ਆਉਂਦਾ ਸ਼ੋਰਟ ਰਨ ਪ੍ਰੋਡਕਸ਼ਨ ਫੰਕਸ਼ਨ ਵਿਦ ਵਨ ਵੇਰੀਏਬਲ ਇਨਪੁਟਸ। ਸ਼ੋਰਟ ਰਨ ਦੇ ਵਿੱਚ ਇੱਕ ਇਨਪੁਟ ਕੋਈ ਵੀ ਜਾਂ ਫਿਰ ਕੈਪੀਟਲ ਜਾਂ ਫਿਰ ਲੇਬਰ ਕੋਈ ਵੀ ਇੱਕ ਚੀਜ਼ ਫਿਕਸ ਹੋਏਗੀ, ਕੋਈ ਇੱਕ ਚੀਜ਼ ਵੇਰੀਏਬਲ ਹੋਏਗੀ। ਮੀਨਸ ਜਿਹਨੂੰ ਅਸੀਂ ਘਟਾ ਵਧਾ ਸਕਦੇ ਹਾਂ ਉਹ ਵੇਰੀਏਬਲ 'ਚ ਹੋਏਗੀ। ਜਦੋਂ ਵੀ ਸ਼ੋਰਟ ਰਨ ਦੇ ਵਿੱਚ ਪ੍ਰੋਡਕਸ਼ਨ ਕਰਿਆ ਜਾਊਗਾ ਤਿੰਨ ਚੀਜ਼ਾਂ ਦੇਖੀਆਂ ਜਾਣਗੀਆਂ। ਸਾਡਾ ਟੋਟਲ ਪ੍ਰੋਡਕਟ ਕਿੰਨਾ ਆ ਰਿਹਾ ਹੈਗਾ, ਐਵਰੇਜ ਪ੍ਰੋਡਕਟ ਕਿੰਨਾ ਆ ਰਿਹਾ ਹੈਗਾ, ਪਲੱਸ ਮਾਰਜਨਲ ਪ੍ਰੋਡਕਟ ਕਿੰਨਾ ਆ ਰਿਹਾ ਹੈ। ਹੋਰ ਕੁਝ ਵੀ ਸ਼ੋਰਟ ਰਨ ਦੇ ਵਿੱਚ ਅਵੇਲੇਬਿਲਿਟੀ ਹੁੰਦੀ। ਸ਼ੋਰਟ ਰਨ ਦੇ ਤੁਸੀਂ ਕਹੋ ਵੀ ਅਸੀਂ ਅਲੱਗ-ਅਲੱਗ ਪ੍ਰਕਾਰ ਨਾਲ ਪ੍ਰੋਡਕਸ਼ਨ ਕਰ ਲਾਂਗੇ, ਕੁਝ ਵੀ ਅਵੇਲੇਬਿਲਿਟੀ ਨਹੀਂ ਹੁੰਦੀ। ਸ਼ੋਰਟ ਰਨ ਦੇ ਵਿੱਚ ਹਮੇਸ਼ਾ ਦੇਖਿਆ ਜਾਊਗਾ ਜਿੰਨਾ ਟਾਈਮ ਤੁਹਾਨੂੰ ਮਿਲਿਆ ਤੁਹਾਡਾ ਟੋਟਲ ਪ੍ਰੋਡਕਟ ਕਿੰਨਾ ਆਇਆ। ਟੋਟਲ ਪ੍ਰੋਡਕਟ ਡੈਫੀਨੇਸ਼ਨ ਸਿੰਪਲ ਦੀ ਗੱਲ ਕਰੀਏ, ਜਿੰਨੇ ਟਾਈਮ ਵਿੱਚ ਟੋਟਲ ਕੁਆਂਟਿਟੀ ਅਸੀਂ ਪ੍ਰੋਡਿਊਸ ਕਰੀ ਜਾਂ ਫਿਰ ਸੇਲ ਕਰੀ, ਜੋ ਇਨਕਮ ਸਾਡੀ ਹੋਈ ਉਹਨੂੰ ਅਸੀਂ ਕਹਿ ਸਕਦੇ ਹਾਂ ਟੋਟਲ ਪ੍ਰੋਡਕਟ ਹੋ ਗਿਆ। ਐਵਰੇਜ ਪ੍ਰੋਡਕਟ ਕੀ ਹੋਏਗਾ, ਜਿੰਨੀ ਟੋਟਲ ਪ੍ਰੋਡਕਟ ਤੁਸੀਂ ਪ੍ਰੋਡਿਊਸ ਕਰੇ ਨੇ ਉਹਨੂੰ ਡਿਵਾਈਡ ਕਰੋਗੇ ਤੁਸੀਂ ਕੁਆਂਟਿਟੀ ਨਾਲ ਤਾਂ ਤੁਹਾਡੇ ਕੋਲ ਐਵਰੇਜ ਆ ਜਾਏਗਾ। ਮਾਰਜਨਲ ਕੀ ਹੋ ਜਾਏਗਾ, ਜਦੋਂ ਕੁਝ ਅਸੀਂ ਐਕਸਟਰਾ ਐਡ ਕਰਦੇ ਹਾਂ ਜਾਂ ਫਿਰ ਕੁਝ ਐਕਸਟਰਾ ਡਿਕਰੀਜ਼ ਕਰਦੇ ਹੈਗੇ ਤਾਂ ਸਾਨੂੰ ਬੈਨੀਫਿਟ ਲਈ ਸਾਡਾ ਕੀ ਰਿਜ਼ਲਟ ਆ ਰਿਹਾ ਹੈਗਾ ਉਹਨੂੰ ਅਸੀਂ ਮਾਰਜਨਲ ਪ੍ਰੋਡਕਟ ਕਹਿ ਸਕਦੇ ਹਾਂ। ਇਹ ਵੀ ਸਿਰਫ ਸ਼ੋਰਟ ਰਨ ਦੇ ਵਿੱਚ ਹੈ। ਸ਼ੋਰਟ ਰਨ ਦੇ ਵਿੱਚ ਹੋਰ ਕੋਈ ਪੋਸੀਬਿਲਿਟੀ ਨਹੀਂ ਹੁੰਦੀ ਕਿ ਅਸੀਂ ਪ੍ਰੋਡਕਸ਼ਨ ਫੰਕਸ਼ਨ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਦੇਖ ਸਕੀਏ। ਓਨਲੀ ਸ਼ੋਰਟ ਰਨ ਵਿੱਚ ਤਿੰਨ ਚੀਜ਼ਾਂ ਨਾਲ ਲਿਖੀਆਂ ਜਾਣਗੀਆਂ। ਤੁਹਾਨੂੰ ਕਈ ਵਾਰ ਦੋ ਨੰਬਰ 'ਚ ਕੁਐਸਚਨ ਵੀ ਪਾ ਦਿੰਦੇ ਨੇ, ਟੋਟਲ ਪ੍ਰੋਡਕਟ ਜਾਂ ਐਵਰੇਜ ਪ੍ਰੋਡਕਟ ਜਾਂ ਫਿਰ ਮਾਰਜਨਲ ਪ੍ਰੋਡਕਟ। ਅਦਰਵਾਈਜ਼ ਅਗਰ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਤੁਹਾਨੂੰ ਦੋਨੋਂ ਚੀਜ਼ਾਂ ਡਿਫਾਈਨ ਕਰਨੀਆਂ ਪੈਣਗੀਆਂ ਵਿਦ ਵਨ ਇਨਪੁਟ ਵੇਰੀਏਬਲ ਇਨਪੁਟ ਵਿਦ ਟੂ ਨਾਲ। ਵਨ ਦੇ ਨਾਲ ਗੱਲ ਕਰਾਂਗੇ ਸ਼ੋਰਟ ਰਨ ਦੇ ਵਿੱਚ ਹੋਊਗਾ ਆ ਤਿੰਨ ਚੀਜ਼ਾਂ ਨਾਲ ਲਿਖੋਗੇ ਤੁਸੀਂ। ਜਦੋਂ ਅਸੀਂ ਲੌਂਗ ਰਨ ਦੀ ਗੱਲ ਕਰਦੇ ਹਾਂ, ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ, ਲੌਂਗ ਰਨ ਦੇ ਵਿੱਚ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਜਿਹੜੇ ਸਾਡੇ ਇਨਪੁਟ ਅਸੀਂ ਯੂਜ਼ ਕਰਦੇ ਹਾਂ ਲੇਬਰ ਐਂਡ ਕੈਪੀਟਲ, ਇਹ ਦੋਨੋਂ ਦੇ ਦੋਨੋਂ ਹੀ ਵੇਰੀਏਬਲ ਹੁੰਦੇ। ਦੋਨੋਂ ਜਦੋਂ ਵੇਰੀਏਬਲ ਹੋਣਗੇ ਪ੍ਰੋਡਕਸ਼ਨ ਫੰਕਸ਼ਨ ਨੂੰ ਕਾਫੀ ਤਰੀਕੇ ਨਾਲ ਡਿਫਾਈਨ ਕਰਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਆਉਂਦੇ ਹੈਗੇ ਨੇ ਆਈਸੋਕੁਐਂਟ। ਆਈਸੋਕੁਐਂਟ ਕਰਵ ਕੀ ਹੁੰਦੇ ਨੇ? ਆਈਸੋਕੁਐਂਟ ਕਰਵ ਵਿਚ ਰਿਪਰੈਜ਼ੈਂਟ ਦੀ ਪ੍ਰੋਡਕਸ਼ਨ ਫੰਕਸ਼ਨ ਔਨ ਡਿਫਰੈਂਟ ਵੇਜ਼। ਅਲੱਗ-ਅਲੱਗ ਵੇਜ਼ ਨਾਲ ਪ੍ਰੋਡਕਸ਼ਨ ਫੰਕਸ਼ਨ ਨੂੰ ਦਿਖਾ ਸਕਦੇ ਨੇ। ਸਾਡੇ ਕੋਲ ਜਿਹੜੇ ਆਈਸੋਕੁਐਂਟ ਕਰਵ ਹੋਣਗੇ ਉਹ ਚਾਰ ਪ੍ਰਕਾਰ ਦੇ ਨੇ। ਸਭ ਤੋਂ ਪਹਿਲਾਂ ਤਾਂ ਲਿਖੋ ਲਾਈਨਰ ਆਈਸੋਕੁਐਂਟ। ਆਪਣੀ ਬੁੱਕ ਦੇ ਵਿੱਚ ਹੈ ਨਹੀਂ ਵੈਸੇ, ਲਿਖੋ ਜਿਹੜਾ ਆਈਸੋਕੁਐਂਟ ਹੈਗਾ ਲਾਈਨਰ ਆਈਸੋਕੁਐਂਟ। ਲਾਈਨਰ ਆਈਸੋਕੁਐਂਟ ਜਦੋਂ ਵੀ ਬਣੂਗਾ ਇੱਕ ਸਾਈਡ ਤੇ ਤੁਹਾਡੀ ਕੈਪੀਟਲ ਹੋਏਗੀ, ਇੱਕ ਸਾਈਡ ਤੇ ਲੇਬਰ ਹੋਏਗੀ। ਇਹਦਾ ਗ੍ਰਾਫ ਜਿਹੜੀ ਆਲਵੇਜ਼ ਸਿਰਫ ਇਸ ਤਰ੍ਹਾਂ ਹੀ ਰਹੇਗੀ। ਇਹਨੂੰ ਲਾਈਨਰ ਆਈਸੋਕੁਐਂਟ ਕਹਿੰਦੇ ਨੇ। ਇਹਦਾ ਮਤਲਬ ਹੁੰਦਾ ਪਰਫੈਕਟ ਸਬਸਟੀਟਿਊਟੇਬਿਲਿਟੀ ਆਫ ਦੀ ਬੋਥ ਵੇਰੀਏਬਲਸ। ਜਿਹੜੇ ਮਰਜ਼ੀ ਵੇਰੀਏਬਲ ਨੂੰ ਜਿੰਨੀ ਵਾਰ ਮਰਜ਼ੀ ਤੁਸੀਂ ਘਟਾ ਵਧਾ ਸਕਦੇ ਹੈਗੇ ਹੋ। ਪਰਫੈਕਟ ਸਬਸਟੀਟਿਊਟੇਬਿਲਿਟੀ ਹੈ, ਚਾਹੇ ਲੇਬਰ ਨੂੰ ਘਟਾ ਲਓ ਕੈਪੀਟਲ ਵਧਾ ਦਿਓ, ਚਾਹੇ ਕੈਪੀਟਲ ਘਟਾ ਲਓ ਲੇਬਰ ਵਧਾ ਲਓ। ਮਤਲਬ ਕਿ ਇਹਦੇ ਵਿੱਚ ਅਸੀਂ ਜਿੰਨਾ ਮਰਜ਼ੀ ਕੁਝ ਕਰ ਸਕਦੇ ਹਾਂ। ਇਹ ਇਸ ਤਰ੍ਹਾਂ ਵੀ ਆ ਸਕਦਾ ਹੈ, ਜ਼ਰੂਰੀ ਨਹੀਂ ਕਿ ਇਸ ਤਰ੍ਹਾਂ ਵੀ ਆ ਸਕਦਾ ਹੈ। ਜਿਵੇਂ ਮਰਜ਼ੀ ਤੁਸੀਂ ਇਹਨੂੰ ਘਟਾ ਵਧਾ ਸਕਦੇ ਹੋ। ਇਹਦੇ ਕੋਲ ਪਰਫੈਕਟ ਸਬਸਟੀਟਿਊਟੇਬਿਲਿਟੀ ਹੁੰਦੀ ਹੈ, ਇਸ ਲਈ ਇਹਨੂੰ ਲਾਈਨਰ ਆਈਸੋਕੁਐਂਟ ਕਹਿੰਦੇ ਨੇ। ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਦੂਸਰਾ ਆਉਂਦਾ ਉਹ ਹੈਗਾ ਲਿਓਨਟਿਫ ਆਈਸੋਕੁਐਂਟ। ਲਿਓਨਟਿਫ LEONTIF ਲਿਓਨਟਿਫ ਆਈਸੋਕੁਐਂਟਸ ਜਾਂ ਫਿਰ ਇਹਨੂੰ ਇਨਪੁਟ ਆਊਟਪੁੱਟ ਆਈਸੋਕੁਐਂਟ ਵੀ ਕਹਿੰਦੇ ਹੈਗੇ। ਇਹਦਾ ਜਿਹੜਾ ਗ੍ਰਾਫ ਰੈਡੀ ਹੁੰਦਾ ਉਹ ਇਸ ਤਰ੍ਹਾਂ ਹੁੰਦਾ।
साइड होगी कैपिटल। ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੀਮੈਂਟਰੀ ਕੁਝ ਨਹੀਂ ਹੁੰਦੀ ਹੈਗੀ, ਸਿਰਫ ਵਨ ਵੇ ਦੇ ਨਾਲ ਹੀ ਪ੍ਰੋਡਕਸ਼ਨ ਫੰਕਸ਼ਨ ਨੂੰ ਦਿਖਾਇਆ ਜਾਂਦਾ ਹੈਗਾ। ਜੋ ਅਸੀਂ ਇੱਕ ਵਾਰ ਸੈਟਅਪ ਕਰ ਲਿਆ ਵੀ ਇੰਨੀ ਲੇਬਰ ਲਾਣੀ, ਇੰਨੀ ਕੈਪੀਟਲ ਲਗਾਣੀ ਹੈ, ਤਾਂ ਇੱਕੋ ਹੀ ਦਿਸ਼ਾ ਦੇ ਵੀ ਤੁਹਾਡਾ ਪ੍ਰੋਡਕਸ਼ਨ ਫੰਕਸ਼ਨ ਚੱਲੂਗਾ। ਇਸ ਲਈ ਇਹਨੂੰ ਅਸੀਂ ਇਨਪੁਟ ਆਊਟਪੁੱਟ ਵੀ ਕਹਿ ਸਕਦੇ ਹਾਂ। ਜੋ ਇਨਪੁਟ ਤੁਸੀਂ ਇੱਕ ਵਾਰ ਲਗਾਤੇ ਉਹੀ ਉਹਦਾ ਹੀ ਆਊਟਪੁੱਟ ਰਿਜ਼ਲਟ ਆਊਗਾ, ਇਹਦੇ ਵਿੱਚ ਕੋਈ ਵੀ ਚੇਂਜਸ ਅਸੀਂ ਨਹੀਂ ਕਰ ਸਕਦੇ। ਇਸ ਤੋਂ ਬਾਅਦ ਥਰਡ ਇੱਕ ਤੁਹਾਡੇ ਕੋਲ ਆਈਸੋ ਪੁਆਇੰਟ ਆਉਂਦਾ ਹੈਗਾ, ਉਹਨੂੰ ਕਹਿੰਦੇ ਕਿੰਕਲਡ, KINKLED, किंकल्ड आइसो पॉइंट कर्व। किंकल्ड आइसो पॉइंट कर्व इस तरह से होगा, प्रोसेस 1, प्रोसेस 2, प्रोसेस 3, प्रोसेस 4 भी कह सकते। काफ़ी प्रकार के प्रोसेस किंकल्ड आइसो पॉइंट कर्व दिखाते हैं। लेबर एंड कैपिटल को यूज करते हुए तुसी बहुत प्रकार की प्रोसेस सैटअप कर सकते हो। डिसाइड तुसी करना होता है, इसमें कहना सी किंकल्ड आइसो पॉइंट्स कर्व। लेकिन ਜਿਹੜੇ किंकल्ड आइसो पॉइंट्स कर्व होंगे ਜਾਂ ਕੋਈ ਵੀ कर्व्स होंगे कभी भी आपस ਦੇ ਵਿੱਚ इंटरसैक्ट नहीं होंगे। जिस दिशा ਦੇ ਵਿੱਚ ਆ ਰਹੇ होंगे उस दिशा में इंक्रीज होंगे, लेकिन आपस ਦੇ ਵਿੱਚ कभी भी मतलब इंटरसैक्ट में उलझणगे नहीं। कभी ਆਪਾਂ ਦੇਖਦੇ ਤਾਂ इंटरसैक्ट कभी नहीं है, सारे अलग अलग ही होंगे। इसलिए ਇਹਦਾ नाम हैगा किंकल्ड आइसो पॉइंट कर्व। एक लास्ट ਸਾਡੇ ਕੋਲ हैगा कन्वेक्स आइसो पॉइंट, CONVEX, कॉन्वेक्स आइसो पॉइंट कर्व। कॉन्वेक्स आइसो पॉइंट कर्व देखेंगे तो किस तरह का होगा। कन्वर्स आइसो पॉइंट कर्व की है एक स्मूथ और कॉन्वेक्स ओरिजिन पॉइंट होगा। ਜਦੋਂ ਕਿਸੇ ਇੱਕ ਪੁਆਇੰਟ ਤੋਂ ਸਟਾਰਟ ਹੋ ਗਿਆ ਉਹਨੂੰ ਤੁਸੀਂ ਸਮੂਥਲੀ ਬੇਸ ਤੇ ਕਿਧਰ ਨੂੰ ਵੀ ਚੇਂਜ ਕਰ ਸਕਦੇ ਹੋ, ਲੇਕਿਨ ओरिजिन ਪੁਆਇੰਟ ਇੱਕ ਹੋਊਗਾ, ਐਂਡ ਪੁਆਇੰਟ ਵੀ ਇੱਕ ਹੋਊਗਾ। ਜਿਵੇਂ ਅਸੀਂ ਇਹ ਇੱਥੋਂ ਸਟਾਰਟ ਕਰ ਲੈਂਦੇ ਹਾਂ, ਐਂਡ ਲਿਖਿਆ ਗਿਆ ਹੋਣਾ ਹੈਗਾ। ਤੁਸੀਂ ਕਿਸੇ ਬੇਸ ਨਾਲ ਵੀ ਸ਼ੁਰੂ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਇੱਥੇ ਸ਼ੁਰੂ ਕਰਨਾ ਹੈ। ਲੇਬਰ ਤੁਸੀਂ ਇੱਥੋਂ ਵੀ ਲਗਾ ਸਕਦੇ ਹੋ, ਚਾਹੇ ਇੱਥੋਂ ਸਟਾਰਟ ਕਰ ਲਓ, ਉਹ ਤੁਹਾਡੇ ਉੱਪਰ ਹੋਊਗਾ। ਜਿਹੜੀ ਚੀਜ਼ ਤੁਸੀਂ ਵਧਾਈ ਹੋਊਗੀ ਉਹ ਜ਼ਿਆਦਾ ਓਪਨ ਹੋ ਜਾਏਗੀ, ਜਿਹੜੀ ਚੀਜ਼ ਘਟਾਈ ਹੋਊਗੀ ਉਹ ਕਲੋਜ਼ਲੀ ਹੋ ਜਾਣੀ ਹੈਗੀ ਹੈ। ਸਮੂਥ ਕਨਵੈਕਸ ਆਈਸੋ ਪੁਆਇੰਟ कर्व कहते हैं, मतलब कि प्रोडक्शन फंक्शन जो रिप्रजेंट करते हैं वो आइसो पॉइंट कर्व ही ने जो रिप्रजेंट करते हैं वो 4 प्रकार के सानू उन्होंने दिखाते। तुसी प्रोडक्शन फंक्शन जो लॉन्ग रन के गल करोगे, कुछ भी वेरीएबल इनपुट जो तुहाडे कोल लेबर और कैपिटल ने जिस तरह मर्जी तुसी उन्हें यूज़ कर सकते हो, वो पॉसिबिलिटी साडे कोल ऑलवेज अवेलेबल होंदी है। उस तो बाद जो असीं गल करते हैं लॉन्ग रन आही प्रोडक्शन फंक्शन की, ये 3 चीज़ां देखिया जाणगियां। सब तो पहली गल आती है रिटर्न टू स्केल। रिटर्न टू स्केल वैसे होंदा की है, जो असी इनपुट यूज़ कर रहे हैं उसका सानू बेनीफिट की आ रहा है। असी इंक्रीज के भी चाहते हैं, डिक्रीज, क्योंकि कंपनी जो लॉन्ग रन के कुछ भी चेंजिस करूगी ऑलवेज देखोगी भी सानू रिटर्न की मिल रहा है। फर्स्ट पॉइंट असी गल करिए रिटर्न टू स्केल, 3 तरीके नाल देखा जाऊगा। सब तो पहला आता है इंक्रीज रिटर्न टू स्केल। 3 तरीके नाल देख रहे हैं। फर्स्ट है इंक्रीज रिटर्न टू स्केल। इंक्रीज रिटर्न टू स्केल की होंगे, अगर कहना कंपनी अपने इनपुट के कुछ भी चेंजिस करती है उसका आउटपुट के ऊपर कितना फर्क पैंदा है। अगर तो आउटपुट जो असी इनपुट लगा रहे हैं उस तो ज़्यादा हो रहा है, फिर असी इंक्रीज रिटर्न करेंगे। अगर आउटपुट जिन्ना असी एक्सपैक्ट किया, जो असी पहला स्टार्टिंग के लगाया, उस तो बाद फिर उन्होंने बढ़ाया, उन्ना ज़्यादा इंक्रीज नहीं होता, घट इंक्रीज होता तो उसे डिक्रीज कहने हैं। अगर सेम ही प्रोसैस चल रहा है, जिमें असी सेम अज 3 रुपये लगाए, नैक्सट भी सूँ बेनीफिट प्रोडक्शन उन्ना ही मिले तो उन्होंने असी कहने हैं कॉन्सटेंट। 3 तरीके पहला आप इंक्रीज देखते हैं। इंक्रीज का जो थोड़ा ग्राफ बनेगा वो इतना बनेगा। इस पास मैंने लेबर ले लिया, तो मैंने कैपिटल ले लिया। मान लो असी स्टार्टिंग 3 लेबर ला ली, 3 कैपिटल लगा ली। फर्स्ट कॉम्बिनेशन जो इंक्रीज देखते हैं, 3 लेबर लगा रहे हैं, 3 कैपिटल लगा रहे हैं, साडा जो प्रोडक्शन आ रहे हैं वो 100 क्वांटिटी आ रही है। मैं कह देना भी 100 यूनिट साढ़े प्रोड्यूस हो रहे हैं। अगर कंपनी कहती मैं ये चेंजिस कर देवा, चेंजिस करना मतलब कि हो गया, मैं अपनी लेबर और कैपिटल बढ़ाती 6,
6 ਹੀ ਲੇਬਰ ਕਰ ਦਵਾਂ ਔਰ 6 ਹੀ ਕੈਪੀਟਲ ਕਰ ਦਵਾਂ। ਜੋ ਅਸੀਂ ਸਟਾਰਟਿੰਗ ਦੇ ਵਿੱਚ ਲਗਾਇਆ ਸੀ ਅਗਰ ਉਹਨੂੰ ਅਸੀਂ ਇਨਕਰੀਜ਼ ਕਰਦੇ ਹਾਂ, ਸਾਡੇ ਅਗਰ ਆਊਟਪੁੱਟ ਦੇ ਵਿੱਚ ਚੇਂਜਸ ਆਉਂਦਾ ਹੈ, ਵੈਸੇ ਤਾਂ ਰੂਲ ਇਹ ਹੈ ਕਿ ਅਗਰ 3 ਨਾਲ ਦਿਨ ਚੱਲਦੇ ਤਾਂ 100 ਪ੍ਰੋਡਕਟ ਪ੍ਰੋਡਿਊਸ ਹੋ ਰਹੇ ਨੇ। ਅਗਰ ਇਹ 100 ਤੋਂ ਜ਼ਿਆਦਾ ਪ੍ਰੋਡਿਊਸ ਹੋ ਜਾਂਦਾ, ਮੈਂ ਕਹਾਂਗੀ 250 ਪ੍ਰੋਡਿਊਸ ਹੋ ਰਹੇ ਨੇ, ਤਾਂ ਅਸੀਂ ਇਹਨੂੰ ਕਹਾਂਗੇ ਇਨਕਰੀਜ਼ ਰਿਟਰਨ ਟੂ ਸਕੇਲ। ਲੌਂਗ ਰਨ ਦੇ ਵਿੱਚ ਇਹ ਪੋਸੀਬਿਲਿਟੀ ਆਲਵੇਸ ਹੁੰਦੀ ਹੈ ਕਿ ਜੋ ਤੁਸੀਂ ਲੇਬਰ ਐਂਡ ਕੈਪੀਟਲ ਲੈ ਕੇ ਚੱਲ ਰਹੇ ਹੋ, ਅਗਰ ਉਹਨੂੰ ਤੁਸੀਂ ਦੁਬਾਰਾ ਤੋਂ ਅਪਲਾਈ ਕਰਦੇ ਹੋ, ਅਗਰ ਆਊਟਪੁੱਟ ਥੋੜਾ ਜ਼ਿਆਦਾ ਹੋ ਰਿਹਾ ਹੈ ਤਾਂ ਇਨਕਰੀਜ਼ ਰਿਟਰਨ ਟੂ ਸਕੇਲ ਹੈ। ਇਹਦੇ ਵਿੱਚ ਹੀ ਗੱਲ ਕਰੀਏ ਆਪਾਂ ਡਿਕਰੀਜ਼ ਦੀ, ਡਿਕਰੀਜ਼ ਰਿਟਰਨ ਟੂ ਸਕੇਲ ਹੋਊਗਾ ਕਿ ਜੋ ਤੁਸੀਂ ਇਨਪੁਟ ਯੂਜ਼ ਕਰ ਰਹੇ ਹੋ, ਅਗਰ ਤੁਹਾਡੀ ਆਊਟਪੁੱਟ ਇਨਕਰੀਜ਼ ਹੁੰਦੀ ਹੈ ਲੇਕਿਨ ਲੈਸ ਦੈਨ ਦੀ ਐਕਸਪੈਕਟੇਸ਼ਨ, ਜਿਹੜੀਆਂ ਤੁਸੀਂ ਐਕਸਪੈਕਟੇਸ਼ਨ ਲਗਾਈਆਂ ਹੁੰਦੀਆਂ ਨੇ ਉਸ ਤੋਂ ਘੱਟ ਇਨਕਰੀਜ਼ ਹੁੰਦੀ ਹੈ, ਤਾਂ ਅਸੀਂ ਉਹਨੂੰ ਡਿਕਰੀਜ਼ ਕਰਾਂਗੇ। ਮੈਂ ਐਗਜ਼ਾਮਪਲ ਕਰਾਂ ਵੀ ਅਸੀਂ 3 ਦਿਨ ਲਗਾਏ ਤਾਂ 100 ਹੋ ਰਹੇ ਸੀਗੇ, ਜਦੋਂ ਅਸੀਂ 6 ਲਗਾ ਰਹੇ ਹਾਂ, ਮਤਲਬ ਤੁਹਾਡਾ ਗ੍ਰਾਫ ਚੇਂਜ ਹੋ ਜਾਏਗਾ, ਥੋੜੀ ਵਿਡਥ ਉੱਥੇ ਜ਼ਿਆਦਾ ਹੋਏਗੀ। ਡਿਕਰੀਜ਼ ਦੇ ਵਿੱਚ ਪ੍ਰੋਡਕਸ਼ਨ ਸਾਰੇ ਨਿਕਲ ਕੇ ਆਈ 150, ਤਾਂ ਅਸੀਂ ਵੀ ਲਗਾਵਾਂਗੇ ਡਿਕਰੀਜ਼ ਰਿਟਰਨ ਟੂ ਸਕੇਲ। ਇਸ ਤਰ੍ਹਾਂ ਦਾ ਗ੍ਰਾਫ ਤੁਹਾਨੂੰ ਨਾਲ ਹੀ ਰੈਡੀ ਕਰਕੇ ਦੇਣਾ ਪਏਗਾ ਆਪਣੇ ਪੇਪਰ 'ਚ। ਹਾਂਜੀ, ਅਸੀਂ ਸੋਚਦੇ ਸੀ ਵੀ ਕੌਨਸਟੈਂਟ ਚੱਲਦਾ ਕਿ 3 ਦਿਨ ਹੁੰਦਾ ਤਾਂ ਘੱਟੋ ਘੱਟ 200 ਆਉਣਾ ਚਾਹੀਦਾ ਸੀ, ਲੇਕਿਨ ਸਾਡੀ ਐਕਸਪੈਕਟੇਸ਼ਨ ਤੋਂ ਵੀ ਘਟ ਗਿਆ। ਫਿਰ ਅਸੀਂ ਕਰਾਂਗੇ ਡਿਕਰੀਜ਼ ਰਿਟਰਨ ਟੂ ਦੀ ਸਕੇਲ। ਉੱਥੇ ਕੁਝ ਵੀ ਕੰਬੀਨੇਸ਼ਨ ਫਿਰ ਅਸੀਂ ਬਾਅਦ ਦੁਬਾਰਾ ਚੇਂਜਸ ਕਰਾਂਗੇ ਲੌਂਗ ਰਨ, ਕਿਉਂਕਿ ਇਹ ਪੋਸੀਬਿਲਿਟੀਜ਼ ਅਵੇਲੇਬਿਲਿਟੀ ਸਿਰਫ ਹੈਗੀ ਲੌਂਗ ਰਨ ਦੇ ਵਿੱਚ ਹੈ। ਕੰਪਨੀ ਕੋਲ ਟਾਈਮ ਹੁੰਦਾ ਹੈਗਾ, ਆਪਣੇ ਨੂੰ ਚੇਂਜਸ ਕਰ ਸਕਦੇ ਨੇ। ਸ਼ੋਰਟ ਰਨ ਦੇ ਵਿੱਚ ਕੋਈ ਚੇਂਜਸ ਨਹੀਂ ਹੁੰਦੇ, ਕਿਸੇ ਇੱਕ ਚੀਜ਼ ਨੂੰ ਫਿਕਸ ਰੱਖਣਾ ਪੈਂਦਾ ਹੈ ਔਰ ਤੁਸੀਂ ਸਿਰਫ ਉੱਥੇ ਟੋਟਲ ਪ੍ਰੋਡਕਟ, ਐਵਰੇਜ ਪ੍ਰੋਡਕਟ ਔਰ ਮਾਰਜਨ ਪ੍ਰੋਡਕਟ ਹੀ ਦੇਖਦੇ ਹੋ। ਇਹਦਾ ਗ੍ਰਾਫ ਵੀ ਤੁਹਾਨੂੰ ਨਾਲ ਇਸ ਤਰ੍ਹਾਂ ਹੀ ਰੈਡੀ ਕਰਨਾ ਪਏਗਾ। ਉਸ ਤੋਂ ਬਾਅਦ ਲਾਸਟ ਸਾਡੇ ਕੋਲ ਹੈਗਾ ਕੌਨਸਟੈਂਟ। ਜਦੋਂ ਤੁਹਾਡੇ ਇਨਪੁਟਸ ਦੇ ਵਿੱਚ ਕੁਝ ਚੇਂਜਸ ਕਰਨ ਨਾਲ ਪ੍ਰੋਡਕਸ਼ਨ ਦੇ ਵਿੱਚ ਵੀ ਸੇਮ ਹੀ ਚੇਂਜਸ ਆਉਂਦੇ ਨੇ। ਅਗਰ ਅਸੀਂ 3 ਲੇਬਰ 3 ਕੈਪੀਟਲ ਲਗਾ ਰਹੇ ਤਾਂ 100 ਪ੍ਰੋਡਕਟ ਬਣਾ ਰਹੇ ਹਾਂ, ਅਗਰ ਅਸੀਂ ਇਹਨੂੰ 6 ਕਰ ਦਿੰਦੇ ਹਾਂ ਤਾਂ ਸਾਡੀ ਆਊਟਪੁੱਟ ਸਿਰਫ 200 ਦੀ ਆਉਂਦੀ ਹੈ। ਤਾਂ ਅਸੀਂ ਇਹਨੂੰ ਵੀ ਕਹਾਂਗੇ ਜੋ ਵੀ ਅਸੀਂ ਚੇਂਜਸ ਕਰ ਰਹੇ ਹਾਂ, ਸਾਡੀ ਜੋ ਰਿਟਰਨਸ ਹੈ, ਆਊਟਪੁੱਟ ਜੋ ਆ ਰਹੀਆਂ ਨੇ ਉਹ ਕੌਨਸਟੈਂਟ ਬੇਸ ਨਾਲ ਚੱਲ ਰਹੀਆਂ ਨੇ। ਤੁਹਾਡੇ ਕੋਲ 200 ਆਈ, ਇਹਨੂੰ ਤੁਸੀਂ ਅੱਗੇ ਵੀ ਵਧਾ ਸਕਦੇ ਹੋ, ਜ਼ਰੂਰੀ ਨਹੀਂ ਕਿ ਸਿਰਫ ਮੈਂ ਤਾਂ ਬੁੱਕ ਦੇ ਵਿੱਚ ਸਿਰਫ ਇੱਕੋ ਹੀ ਗ੍ਰਾਫ ਬਣਾਇਆ ਹੋਇਆ, ਇਹਨੂੰ ਮੈਂ ਅੱਗੇ ਵਧਾਇਆ ਹੋਇਆ 300, ਫਿਰ ਅੱਗੇ 400, ਤੁਸੀਂ ਜਿੰਨਾ ਮਰਜ਼ੀ ਵਧਾ ਕੇ ਦਿਖਾ ਸਕਦੇ ਹੋ। ਸੇਮ ਆਊਟਪੁੱਟ ਦੇ ਵਿੱਚ ਵੀ, ਸੌਰੀ ਇਨਕਰੀਜ਼ ਦੇ ਵਿੱਚ ਵੀ ਔਰ ਡਿਕਰੀਜ਼ ਦੇ ਵਿੱਚ ਵੀ। ਬੁੱਕ ਦੇ ਵਿੱਚ ਸ਼ਾਇਦ 2-3 ਦਿਨ ਗ੍ਰਾਫ ਦਿਖਾਏ ਹੋਏ, ਉਹਨਾਂ ਨੇ ਇਸ ਤਰ੍ਹਾਂ ਨਹੀਂ, ਉਹਨਾਂ ਨੇ ਸਿਰਫ ਇਸ ਤਰ੍ਹਾਂ ਹੀ ਬਣਾਇਆ ਹੋਇਆ ਬੁੱਕ ਦੇ ਵਿੱਚ ਜਿਹੜਾ ਸਾਡਾ ਚੱਲਦਾ ਉਹ ਪ੍ਰੋਡਕਸ਼ਨ ਫੰਕਸ਼ਨ ਹੀ ਚੱਲਦਾ ਹੈਗਾ। ਅਸੀਂ ਪ੍ਰੋਡਕਸ਼ਨ ਫੰਕਸ਼ਨ ਲੈ ਕੇ ਜਾ ਰਹੇ ਹੈਗੇ, ਇਹਨੂੰ ਤੁਸੀਂ ਇਨਕਰੀਜ਼ ਕਰਕੇ ਵੀ ਦਿਖਾ ਸਕਦੇ ਹੋ। ਇੱਕ ਸੀਗਾ ਤੁਹਾਡਾ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ ਵਿਦ 2 ਵੇਰੀਏਬਲਸ। ਜਦੋਂ ਸਾਡੇ ਕੋਲ ਵੇਰੀਏਬਲਸ ਹੋਣਗੇ ਅਸੀਂ ਕੁਝ ਵੀ ਕਰ ਸਕਦੇ ਹਾਂ। ਸ਼ੋਰਟ ਰਨ ਦੇ ਵਿੱਚ ਕੁਝ ਵੇਰੀਏਬਿਲਿਟੀ ਹੁੰਦੀ ਨਹੀਂ, ਇੱਕ ਚੀਜ਼ ਨੂੰ ਵੇਰੀਏਬਲ ਰੱਖਦੇ ਹਾਂ, ਇੱਕ ਨੂੰ ਫਿਕਸ, ਉਹ ਉਸੇ ਬੇਸ 'ਤੇ ਸਾਨੂੰ ਕੰਮ ਕਰਨਾ ਪੈਂਦਾ। ਇਹਦੇ ਵਿੱਚ ਹੀ ਤੁਹਾਨੂੰ ਇੱਕ 2 ਨੰਬਰ ਦਾ ਕੁਐਸਚਨ ਆ ਜਾਂਦਾ ਹੈ, MRTS, ਮਾਰਜਨਲ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨ। marginal rate of technical substitution. Marginal rate of technical substitution ਹੁੰਦਾ ਕੀ ਹੈ, which where one input can be substituted by the another input, where one input can be substituted by the other input but the output remain constant, that known as marginal rate of technical substitution. ਜਦੋਂ ਇੱਕ ਇਨਪੁਟ ਨੂੰ ਚੇਂਜ ਕਰਨ ਤੇ ਇੱਕ ਇਨਪੁਟ ਨੂੰ ਦੂਸਰੇ ਇਨਪੁਟ ਨਾਲ ਚੇਂਜ ਕਰਿਆ ਜਾਂਦਾ ਬਟ ਸਾਡੀ ਜਿਹੜੀ ਆਊਟਪੁੱਟ ਆ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹਨੂੰ ਅਸੀਂ ਕਹਿੰਦੇ ਹੈਗੇ MRTS। ਅਗਰ ਫਰਕ ਪੈਂਦਾ ਹੈਗਾ ਫਿਰ ਉਹਨੂੰ ਅਸੀਂ MRTS ਦੇ ਵਿੱਚ ਨਹੀਂ ਲੈਂਦੇ, ਅਸੀਂ ਮਾਰਜਨਲ ਰੇਟ ਦੇ ਨਾਲ ਸਬਸਟੀਟਿਊਟ ਕਰ ਸਕਦੇ ਹਾਂ, ਆਊਟਪੁੱਟ ਸਾਡੀ ਚੇਂਜ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਟੌਪਿਕ ਸੀਗਾ ਤੁਹਾਡਾ ਬਹੁਤ ਛੋਟਾ ਜਿਹਾ ਟੌਪਿਕ ਪ੍ਰੋਡਕਸ਼ਨ ਫੰਕਸ਼ਨ ਦਾ, ਇਹਦੇ ਨਾਲ ਹੀ ਕੰਪਲੀਟ ਹੁੰਦਾ ਹੈ। ਪ੍ਰੋਡਕਸ਼ਨ ਫੰਕਸ਼ਨ ਡੈਫੀਨੇਸ਼ਨ ਆਏਗੀ ਕਿ ਅਸੀਂ ਇਨਪੁਟ ਰਿਸੋਰਸਿਸ ਨੂੰ ਯੂਜ਼ ਕਰਕੇ ਟ੍ਰਾਂਸਫੋਰਮੇਸ਼ਨ ਪ੍ਰੋਸੈਸ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਸਾਡੇ ਕੋਲ ਗੁੱਡਸ ਔਰ ਸਰਵਿਸਿਜ਼ ਹੀ ਪ੍ਰੋਡਿਊਸ ਹੁੰਦੀਆਂ ਨੇ, ਉਹਨੂੰ ਅਸੀਂ ਪ੍ਰੋਡਕਸ਼ਨ ਫੰਕਸ਼ਨ ਕਹਿੰਦੇ ਹਾਂ। ਪ੍ਰੋਡਕਸ਼ਨ ਫੰਕਸ਼ਨ ਦਾ ਵੈਸੇ ਸਾਨੂੰ ਬੁੱਕ ਦੇ ਵਿੱਚ ਗ੍ਰਾਫ ਰੈਡੀ ਕਰਕੇ ਨਹੀਂ ਦਿੱਤਾ ਗਿਆ, ਮੋਸਟਲੀ ਜਿਹੜੇ ਪੁਰਾਣੀ ਹਿਸਟਰੀ ਹੈ ਉਹਦੇ ਵਿੱਚ ਗ੍ਰਾਫ ਹੈਗਾ ਸੀ। ਤੁਸੀਂ ਪ੍ਰੋਡਕਸ਼ਨ ਫੰਕਸ਼ਨ ਅਗਰ ਸਿੰਪਲ ਤੁਹਾਨੂੰ ਪੁੱਛੇ ਨਾ ਵੇਰੀਏਬਲ ਪੁੱਛਣ ਤਾਂ ਤੁਸੀਂ ਉਹਦਾ ਇੱਕ ਗ੍ਰਾਫ ਰੈਡੀ ਵੀ ਕਰੋ।
सब तो पहले असं 3-4 चीज़ें तो लगावे जो साढ़े इनपुट होंगे, इनपुट लिख लाँगे। सब के उपर लिखोगे लेबर, कैपिटल, लैंड, इंटरप्रन्योरशिप। इंटरप्रन्योरशिप भी शायद पता हुआ कि होंगी इंटरप्रन्योरशिप, जो बंदा अपनी स्किल के नाल जो बिजनेस चलाता है, पैसा अवेलेबल हो ना हो, गवर्नमेंट फैसिलिटीज हो जाती है, इंटरप्रन्योर पर्सन वही होगा अपनी स्किल के अकॉर्डिंग बिजनेस चलाता। जो इन्होंने सारी चीज़ों कॉम्बीनेशन करके ट्रांसफॉर्मेशन प्रोसैस लेके जाओगे, रिजल्ट साढ़े को 2 चीज़ों के आएंगे, या फिर गुड्स आ सकती हैं या फिर सर्विसेज आ सकती। यही चीज़ को तुम नाल डिफाइन भी कर सकते हो। कई बार क्वेश्चन सिर्फ प्रोडक्शन फंक्शन ही पूछते हैं, आ सिंपल तुम ग्राफ रेडी करके दिखा दोगे कि साडा है प्रोडक्शन फंक्शन का चार्ट है। ये नीचे तुम लिखोगे प्रोडक्शन, ठीक है जी। मार्केट स्ट्रक्चर, मार्केट स्ट्रक्चर शायद नाम तो क्लीयर हो जाता है भी अरेंजमेंट ऑफ सैलर एंड बायर्स, उन्होंने असं मार्केट स्ट्रक्चर ही कहने हैं। मार्केट स्ट्रक्चर रेफर टू द अरेंजमेंट दैट ब्रिंग बायर एंड सैलर टुगेदर। पूरी मार्केट जो भी इकट्ठी होंगी है उसका अरेंजमेंट शुरू करते हैं बायर और सैलर्स लिए करे जाते हैं। मेन जो काम होंगे वो अपनी गुड्स और सर्विसेज में सेल करना होंगे विद द मोटिव ऑफ अर्न प्रॉफिट। जो भी बायर्स सॉरी सैलर्स आएंगे उन्होंने मेन एक ही मोटिव होंगे कि असी प्रॉफिट अर्न करना है। लेकिन मार्केट साढ़े को बहुत प्रकार की आ जाएंगे, जिमें असं टॉपिक की गल करें काफ़ी प्रकार के सूँ मार्केट्स बारे लिखा गया है। मीनस मार्केट के जी कंपीटिशन होंगे वो किन्ने प्रकार के होंगे। सब तो पहला मेन जो कंपीटिशन आता है परफेक्ट कंपीटिशन। परफेक्ट कंपीटिशन की अगर डेफिनेशन की गल करें तो बहुत सिंपल वर्ड्स है, वेयर देयर इज ए लार्ज नंबर ऑफ बायर एंड सेलर विद देयर होमोजीनियस प्रोडक्ट। हर एक सैलर जो अपने अलग अलग प्रोडक्ट लैके मार्केट के जो उतरते हैं और बायर्स भी उन्ने ही ज़्यादा होंगे ने प्रोडक्ट खरीदने लिए। असं नॉर्मल किसी मार्केट की गल करिए एक ही जगह जिवें असं मॉल की गल करिए, मॉल के काफ़ी ज़्यादा सैलर्स होंगे, उन्होंने प्रोडक्ट सारे के कोई मिलते जुलते नहीं होंगे। सारे ही परसन अपने होमोजेनियस प्रोडक्ट लैके बैठे होंगे सेल करने और उन्होंने खरीदने लिए भी उन्ने ही ज़्यादा बायर्स अवेलेबल होंगे। इस तरह के कंपीटिशन को कहते हैं परफेक्ट कंपीटिशन। परफेक्ट कंपीटिशन दी कुछ सानू या फिर प्रैक्टिसिक पूछ सकते हैं या फिर इतना कह सकते हैं मेन रीजनस की परफेक्ट कंपीटिशन के। असं कुछ पॉइंट लिखेंगे। सब तो पहला पॉइंट तो लिखेंगे देयर इज ए लार्ज नंबर ऑफ बायर एंड सैलर्स। दूसरा आएगा होमोजीनियस प्रोडक्ट, जोड़े भी परसनस आएंगे होमोजीनियस अपनी ही क्वालिटी के अकॉर्डिंग जो भी उन्होंने फीचर्स होंगे अपने प्रोडक्ट लेके मार्केट से अवेलेबल होंगे। थर्ड फ्रीडम ऑफ एंट्री एंड एग्जिट, कोई भी फर्म मार्केट के आ सकती है और कोई भी जा सकती है। देयर इज नो लीगल रूल्स, कोई भी लीगल रूल नहीं होंगे भी गवर्नमेंट का है कि इस बेस से तुम मार्केट में जाओगे। कोई भी पर्सन अगर बिजनेस में आना चाहता है कंपटीशन जाना चाहता है तो आ सकता है। परफेक्ट नॉलेज, हर एक मार्केट के बायर एंड सैलर्स को अपने प्रोडक्ट्स की परफेक्ट नॉलेज होगी। अगर कोई पर्सन इदा का भी आता है जिन्होंने नॉलेज नहीं हैगी तो स्पैशल प्रोडक्ट सेल करने तो पहले अपने प्रोडक्ट की नॉलेज दूसरे बंदे ने प्रोवाइड करना, ये मार्केट के हर एक सैलर की जिम्मेवारी होगी। परफेक्ट मोबिलिटी ऑफ रिसोर्सिस, परफेक्ट मोबिलिटी ऑफ रिसोर्सिस चाहे बायर्स को चाहे सैलर्स को। जो बायर्स होंगे उनको रिसोर्सिस ने वो पैसा उन्होंने को होगा, जो सैलर्स ने उन्होंने अपने प्रोडक्ट ने वो अपनी नॉलेज के अकॉर्डिंग अपने हिसाब से जिम्मे मर्जी यूज़ कर सकते हैं। किसी के ऊपर किसी प्रकार का कोई रोक टोक नहीं होगा। फर्म्स आर दी प्राइस टेकर, जो भी प्रोडक्ट की प्राइस रखी जाएगी वो फर्म्स के अकॉर्डिंग ही रखी जाएगी। फर्म्स डिसाइड करनिया कि असं प्रोडक्ट किस पर्सन को किस हिसाब से बेचना है। कुछ कंडीशन इदा की भी आ जाती जिवें असं कहिए कोई क्वेश्चन आता होंगे भी वो कहते हैं कि पर्सन एक प्रोडक्ट एक जगह से घट कीमत की बेचता है, दूसरी जगह से ज़्यादा कीमत बेचता है। मे भी शायद अगे जाके कितनी आवे तो मैं दोबारा क्लीयर कर दूँगा। ये कोई इदा का कुछ कंडीशन नहीं, असं कहिए भी बायर्स जिमें मर्जी प्रोडक्ट खरीद सकते हैं। सैलर के उपर डिपेंड करता है कि वो प्राइस की सेट करूँगा, घट से बेचना है बच बेचना है। अलग अलग कस्टमर मार्केट के अवेलेबल होंगे ने, उसके अकॉर्डिंग प्रोडक्ट सेल हो जाऊगा। नो सैलिंग कोस्ट, ये कोई फिक्स कोस्ट नहीं होनी है। पॉइंट दोबारा क्लियर करते हैं। नो सैलिंग कोस्ट, कोई भी कंपनी कभी भी सैलिंग कोस्ट फिक्स रखी हुई भी इन्नी रखनी है नो। अगर कोई कंपनी अपने प्रॉफिट तो घट भी मीनस इक्विलिब्रियम पॉइंट तो घट भी सेल करना चाहती है तो उसके ऊपर डिपेंड होगा कि अगर वो सेल करते हैं तो कर भी सकते हैं। परफेक्ट कंपीटिशन के लिए कुछ एजम्पशनस इन्होंने लिखी है भी एजम्पशन कितना भी हो सकते हैं
कहना एक तो कंपीटेटिव मार्केट अवेलेबिलिटी होनी चाहिए हैगी है। ਜਦੋਂ ਵੀ ਤੁਸੀਂ ਕਹਿੰਦਾ ਫਰਮ ਦੀ ਗੱਲ ਕਰੋਗੇ ਤਾਂ ਅਗਰ ਪ੍ਰੋਫਿਟ ਦੀ ਦੇਖਣਾ ਹੈ ਤਾਂ ਸ਼ਾਰਟ ਰਨ ਔਰ ਲੌਂਗ ਰਨ ਦੇ ਵਿੱਚ ਹੀ ਗੱਲ ਕਰੋ। ਹਮੇਸ਼ਾ ਜਦੋਂ ਪਰਫੈਕਟ ਕੰਪੀਟੀਸ਼ਨ ਦੀ ਗੱਲ ਕਰੀ ਜਾਊਗੀ ਉਹ ਜਿਹੜੀਆਂ ਵੀ ਇਹ ਫਰਮਸ ਹੋਣਗੀਆਂ ਇਹਨਾਂ ਦਾ ਹਮੇਸ਼ਾ एवरेज प्राइस और मार्जिन सॉरी एवरेज प्रॉफिट और मार्जिन प्रॉफिट एवरेज प्रॉफिट ऑलवेज ऊपर होता है, मार्जिन प्रॉफिट नीचे होता है। अगर इन्होंने से करम की गल करते हैं ना इन्होंने ऑलवेज इस तरह से दिखाया ये एवरेज प्रॉफिट होगा थोड़ा ऑलवेज इसी तरह ही रिप्रेजेंट करते हैं कि ਜਦੋਂ भी प्रॉफिट की गल करांगे इन्हों का एवरेज प्रॉफिट ऑलवेज अबव ही रहता है। कोई भी कंपनी इदा दी नहीं होंगी असं कहेंगे भी असं मार्जिन के अकॉर्डिंग चल रहे हैं कुछ एक्स्ट्रा करा तो सानू बेनीफिट होना है। ये एवरेज प्रॉफिट ऑलवेज मतलब अबव ही रहता है। इस तो बाद जी दूसरी थोड़ी मार्केट आती है वो है मोनोपोली। मोनोपोली एक इदा की कंडीशन होती है जिधर वेयर देयर इज लार्ज नंबर ऑफ बायर्स एंड ओनली वन सैलर फॉर ए प्रोडक्ट। कोई इदा की मार्केट जिथे बहुत सारे बायर खरीदने वाले होंगे लेकिन प्रोडक्ट सेल करने लिए कोई एक ही सैलर होगा। उत्थे जिहड़ियां प्राइस होणगियां वो सैलर के अकॉर्डिंग ही सैटअप करिया जाएंगियां लेकिन लोगों दी नीड्स को देखते हुए। प्रोडक्ट सिंगल होगा, रिस्ट्रिक्टेड एंट्री होंगी। कोई भी फर्म विदाउट गवर्नमेंट रूल्स या रेगूलेशन के अकॉर्डिंग मार्केट के नहीं आ सकती। गवर्नमेंट को परमिशन लैनी पड़ेगी तो जाके कोई फर्म मार्केट के आ सकती है। नो डिफरेंस बिटवीन इंडस्ट्री एंड फर्म। ये कितने भी किसी गल करिए भी इंडस्ट्री या फर्म का डिफरेंस देखा कोई डिफरेंस नहीं होता है, सिर्फ एको ही कंपनी अवेलेबल होती है। इंडिपेंडेंट डिसीजन मेकिंग जी मोनोपोली फर्म होगी उसका जो डिसीजन होगा वो इंडिपेंडेंट होगा, किसी के उपर डिपेंड होकर या गवर्नमेंट के उपर डिपेंड होकर कभी भी इदा की फर्म जो अपना डिसीजन नहीं लैंदियां, ये अपना डिसीजन खुद डिसाइड करदियां ने और अगे रिप्रेजेंट करदियां। कुछ रीजन ने रीजन फॉर मोनोपोली। मोनोपोली होने कुछ रीजन सब तो पहला रिस्ट्रिक्शंस बाय लॉ एज पर गवर्नमेंट के अकॉर्डिंग। जिवें असीं एग्जाम्पल जैसे मोनोपोली की कोई एग्जाम्पल ही नहीं तो कितना की लै सकते हैं। मैं एग्जाम्पल करा भी गैस की गल करते हैं। गैस लिए साढ़े को कुछ ही कंपनी है जिवें असीं हिंदुस्तान पेट्रोलियम कहिए या फिर उस तो बाद इंडियन कहिए, और कोई कंपनी असीं कहिए भी असीं भी प्लांट इदां दा लगा लांगे, नहीं हो सकता। इन्हां दा मोनोपोली वाला सिस्टम ही है, अपने हिसाब नाल प्राइसिस इंक्रीज करते चले जाते हैं और इहदे विच किते भी डाउन की गल नहीं आती। पहला गवर्नमेंट सबसिडी दिंदी सीगी तो प्राइस घट सीगियां, हुण गवर्नमेंट ने सबसिडीज ओवर कर दियां तो प्राइस अपने आप ही इंक्रीज होंदी है। असीं देखते हैं महीने बाद 15-20 दिन बजाय 2 महीने बाद प्राइस इंक्रीज होंदी चली जाती है। रूल्स ने कोई होर कंपनी इहदे विच नहीं आ सकती। सिलेंडर बनाना सेल करना के कंडीशन सारी अवेलेबल है ही। दूसरा कंट्रोल ओवर की रॉ मटीरियल। जिहड़ा भी रॉ मटीरियल यूज होंदा है मोनोपोली फर्म्स दे विच पूरा का पूरा कंट्रोल होंदा है कि होर कोई कंपनी उन्होंने यूज ही नहीं कर सकती है, सिर्फ उन्होंने कंपनीज ਲਈ रॉ मटीरियल अवेलेबल। स्पैशलिटी नो हाउ। ਇਹਦੇ ਵਿੱਚ ਜਿਹੜਾ ਕੰਮ ਅਸੀਂ ਕਰ ਰਹੇ ਹੈਗੇ ਉਹਦੇ ਵਿੱਚ ਜਿਹੜੀ ਸਪੈਸ਼ਲਿਟੀ ਹੁੰਦੀ ਹੈ ਮੀਨਸ ਜਿਹੜੀ ਨੌਲੇਜ ਹੈ ਕਿ ਕੋਈ ਚੀਜ਼ ਕੰਮ ਕਰਨ ਲਈ ਉਹ ਹੋਰ ਕਿਸੇ ਪਰਸਨ ਨਾਲ ਸ਼ੇਅਰ ਵੀ ਨਹੀਂ ਹੁੰਦੀ ਹੈਗੀ। ਜਿਵੇਂ ਇੱਕ ਸਾਡਾ ਇੱਕ ਐਕਟ ਹੈਗਾ ਰਾਈਟ ਟੂ ਇਨਫੋਰਮੇਸ਼ਨ ਹੈ, ਕੋਈ ਵੀ ਪਰਸਨ ਨੂੰ ਇੱਕ ਰਾਈਟ ਹੈ ਕਿ ਕਿਸੇ ਵੀ ਪ੍ਰਕਾਰ ਦੀ ਇਨਫੋਰਮੇਸ਼ਨ ਲਵੇ ਤਾਂ ਗਵਰਨਮੈਂਟ ਤੋਂ ਲੈ ਸਕਦਾ ਹੈ ਕੁਛ ਉਹਨਾਂ ਦੀ ਜਿਹੜੀ ਫੀਸ ਨੇ ਭਰਨੀ। ਲੇਕਿਨ ਇੱਦਾਂ ਦੀ ਜਦੋਂ ਮੋਨੋਪੋਲੀ ਕੰਡੀਸ਼ਨਸ ਦੀ ਗੱਲ ਆਉਣਗੇ ਕੋਈ ਇੱਦਾਂ ਦੀ ਫਰਮ ਦੀ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਨਹੀਂ ਲੈ ਸਕਦੇ ਵੀ ਜਿਹੜੇ ਸਪੈਸ਼ਲਿਟੀ ਐਕਟ ਨੇ ਜਾਂ ਕੁਛ ਨੂੰ ਬੇਸਿਸ ਕੋਈ ਵੀ ਇਨਫੋਰਮੇਸ਼ਨ ਨਹੀਂ ਲੈ ਸਕਦੇ। उस तो बाद स्मॉल मार्केट साइज़। इदा की जी मार्केट होगी वो साइज़ भी स्मॉल होंगे, कोई इन्नी ज़्यादा मार्केट नहीं होंगी अभी लोगों भी असं इतनी काम ही करना है। कुछ छोटे जी एरिए की मार्केट चलती है ने छोटे जी एरिए एवं ही कह सकते भी हाँ भी सिर्फ आने वाली इदा कुछ कि मोनोपोली नहीं। मोनोपोली की कंडीशन होगी भी कोई इदा की फर्म भी जिन्हों की अपनी प्राइस सैट करने का तरीका है और कोई प्रोडक्ट इदा का लैके आएंगे कोई होर कंपनी उन्होंने प्रोडक्ट नहीं बनाऊगी। ਜਿਹੜੇ ਪੇਟੈਂਟਸ ਨੇ ਉਹ ਤਾਂ ਸਾਡੇ ਰਾਈਟਸ ਨੇ ਵੀ ਅਸੀਂ ਉਹ ਆਪਣਾ ਜਿਵੇਂ ਅਸੀਂ ਲੋਗੋ ਕਹਿ ਸਕਦੇ ਹੈਗੇ ਉਹ ਵੀ ਤੁਸੀਂ ਕਹਿੰਦੇ ਨਾ ਪੇਟੈਂਟ ਵਗੈਰਾ ਵੀ ਉਹਨਾਂ ਨੂੰ ਕੋਈ ਯੂਜ਼ ਨਹੀਂ ਕਰ ਸਕਦਾ। ਮੋਨੋਪੋਲੀ ਇੱਕ ਫਰਮ ਹੈ, ਮੈਂ ਐਗਜ਼ਾਮਪਲ ਦਵਾਂ ਵੀ ਗੈਸ ਏਜੰਸੀ ਸਿੰਪਲ ਜੀ ਗੱਲ ਕਰੀਏ ਹੁਣ इंडियन गैस होगी, HP होगी, हिंदुस्तान पेट्रोलियम वगैरह जो भी है और कोई कंपनी का नहीं है गैस प्लांट और भी कंपनी लगा सकती जो कोई कॉम्पिटिशन मार्केट दूसरी कंपनी बना रही थी कला मार्केट मतलब कोई भी
ਇਹਦੀ ਮੈਂ ਉਹ ਤੁਹਾਨੂੰ ਦੱਸਣਾ ਵੀ ਇਹ 2 ਐਕਟ ਦੇ ਅਕੋਰਡਿੰਗ ਆਉਂਦਾ। ਉਹ ਪੇਟੈਂਟ ਐਕਟ ਹੈ ਸਾਡਾ, ਕੁਝ ਪੇਟੈਂਟ ਐਕਟ 18 ਕੁਛ ਇੱਦਾਂ ਹੈ। ਇਹ ਜਿਹੜਾ ਮੋਨੋਪਲੀ ਹੈ ਇਹ ਸਾਡੀ ਮਾਰਕੀਟ ਦੇ ਵਿੱਚ ਆਉਂਦੀ ਹੈ, ਤਾਂ ਦੋਨੋਂ ਚੀਜ਼ਾਂ ਨੂੰ ਅਲੱਗ-ਅਲੱਗ ਲੈ ਕੇ ਚੱਲਦੇ ਹੈਗੇ। ਮੋਨੋਪਲੀ ਕੰਡੀਸ਼ਨ ਗਵਰਨਮੈਂਟ ਕਹਿੰਦੀ ਹੈਗੀ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕੋਈ ਹੋਰ ਕੰਪਨੀ ਪਲਾਂਟ ਲੱਗੂਗਾ ਹੀ ਨਹੀਂ। ਹੁਣ ਜਿਵੇਂ ਪ੍ਰੋਡਕਟ ਨੇ ਅਸੀਂ ਤੁਸੀਂ ਐਗਜ਼ਾਮਪਲ ਕਰੀ ਪੇਟੈਂਟ ਕੋਈ ਨਹੀਂ ਬਣਾਇਆ, ਲੇਕਿਨ ਉਹਦੇ ਨਾਲ ਦਾ ਸੇਮ ਪ੍ਰੋਡਕਟ ਤਾਂ ਹੋਰ ਲੋਕ ਵੀ ਤਾਂ ਬਣਾਉਂਦੇ ਹੀ ਨੇ। ਮੈਂ ਹੁਣ ਐਗਜ਼ਾਮਪਲ ਕਰਾਂ, ਦੇਖੋ ਉਹਦੇ ਨਾਲ ਦੇ ਮਿਲਦੇ ਜੁਲਦੇ ਪ੍ਰੋਡਕਟ ਤਾਂ ਮਾਰਕੀਟ ਵਿੱਚ ਤੁਹਾਨੂੰ ਮਿਲ ਜਾਂਦੇ ਆ। ਹੁਣ ਮੈਂ ਐਗਜ਼ਾਮਪਲ ਮੈਡੀਸਨ ਹੀ ਕਹਾਂ, ਮੈਡੀਸਨ ਦੀ ਬਹੁਤ ਸਾਰੀ ਅਲੱਗ-ਅਲੱਗ ਕੰਪਨੀਆਂ ਤਾਂ ਹੈਗੀਆਂ ਮਾਰਕੀਟ ਦੇ ਵਿੱਚ। ਹੁਣ ਸਿਰ ਦਰਦ ਦੀ ਗੋਲੀ ਦੀ ਗੱਲ ਕਰੀਏ, ਸਿਰ ਦਰਦ ਦੀ ਗੋਲੀ ਕਿੰਨੀਆਂ ਕੰਪਨੀ ਬਣਾਉਂਦੀਆਂ ਨੇ, ਲੇਕਿਨ ਉਹਨਾਂ ਦਾ ਮਿਲਦਾ ਜੁਲਦਾ ਨਹੀਂ ਬਣਾਉਣਗੀਆਂ, ਉਹੀ ਚੀਜ਼ ਹੈ। ਲੇਕਿਨ ਸਬਸਟੀਟਿਊਟ ਤਾਂ ਅਵੇਲੇਬਲ ਹੈ। ਇੱਥੇ ਗੈਸ ਦਾ ਸਬਸਟੀਟਿਊਟ ਅਵੇਲੇਬਿਲਿਟੀ ਤਾਂ ਕੋਈ ਨਹੀਂ ਹੈ। ਜਿਹੜਾ ਕੰਮ ਗੈਸ ਨੇ ਕਰਨਾ ਹੈ ਤਾਂ ਗੈਸ ਹੀ ਕਰੂਗੀ। ਹੁਣ ਇਹ ਗੈਸ ਦਾ ਪਲਾਂਟ ਜਿਵੇਂ ਅਸੀਂ ਭੋਪਾਲ ਦੇ ਵਿੱਚ ਹੈ, ਸ਼ਾਇਦ ਭੋਪਾਲ ਆਪਾਂ ਸੁਣੇ ਹੋਏ ਭੋਪਾਲ ਲਈ ਗੈਸ ਪਲਾਂਟ ਹੋਇਆ ਸੀਗਾ, ਉੱਦਾਂ ਦਾ ਪਲਾਂਟ ਇੰਡੀਆ ਦੇ ਵਿੱਚ ਤਾਂ ਕਿਤੇ ਨਹੀਂ ਤੁਹਾਨੂੰ ਮਿਲਦਾ। ਕੋਈ ਹੋਰ ਲਗਾਉਣ ਗਵਰਨਮੈਂਟ ਦਿੰਦੀ ਨਹੀਂ ਪਰਮਿਸ਼ਨ। ਤੁਸੀਂ ਇੱਥੇ ਕਹੀ ਮੈਂ ਆਪਣੇ ਘਰ ਕੰਨੀ ਲਗਾ ਕੇ ਬੈਠ ਜਾਊਂਗਾ ਵੀ ਇੱਥੇ ਲੋਕਾਂ ਨੂੰ ਉਡਾਵਾਂਗੇ ਪਤਾ ਲੱਗ ਕੇ, ਲੇਕਿਨ ਉਹ ਕੰਡੀਸ਼ਨ ਉਹਦੇ ਵਿੱਚ ਨਹੀਂ ਆਉਂਦੀ ਹੈਗੀ। ਤਾਂ ਇੱਦਾਂ ਦੀਆਂ ਫਰਮਸ ਆਪਣੇ ਹਿਸਾਬ ਨਾਲ ਪ੍ਰਾਈਸ ਸੈਟਅਪ ਕਰਦੇ ਨੇ। ਪੇਟੈਂਟ ਦੇ ਵਿੱਚ ਜਿਹੜੀ ਛੋਟੀ ਗੱਲ ਸਹੀ ਹੈ ਕਿ ਜੋ ਪ੍ਰੋਡਕਟ ਤੁਸੀਂ ਬਣਾ ਰਹੇ ਹੋ ਉਹ ਪ੍ਰੋਡਕਟ ਹੋਰ ਕੰਪਨੀ ਨਹੀਂ ਬਣਾਉਗੀ, ਲੇਕਿਨ ਉਹਦਾ ਸਬਸਟੀਟਿਊਟ ਤਾਂ ਬਣਾ ਰਹੀਆਂ ਨੇ ਨਾ। ਵੀ ਅਗਰ ਤੁਹਾਡੀ ਮੰਨ ਲਓ ਗੋਲੀ ਨਾਲ ਸਾਨੂੰ ਫਰਕ ਨਹੀਂ ਪਿਆ, ਦੂਸਰੀ ਅਸੀਂ ਕੋਈ ਹੋਰ ਮਾਰਕੀਟ 'ਚ ਹੋਰ ਦਵਾਈਆਂ ਨੇ, ਹੁਣ ਇੱਕ ਹੀ ਡਾਕਟਰ ਕੋਲ ਜਾਵਾਂਗੇ, ਅਲੱਗ-ਅਲੱਗ ਡਾਕਟਰ ਕੋਲ ਜਾਓ, ਸਭ ਦੀਆਂ ਅਲੱਗ-ਅਲੱਗ ਮੈਡੀਸਨ, ਕੋਈ ਸਿਰ ਦਰਦ ਦੀ ਲੱਗਦੇ ਰਹੇ, ਕੋਈ ਦੂਜਾ ਬੰਦਾ ਲੱਗਦੇ ਰਹੇ, ਇੱਦਾਂ ਦੀ ਗੱਲ ਚੱਲ ਰਹੀ ਹੈ। ਮੋਨੋਪੋਲੀ ਦੇ ਆਪਾਂ ਰੀਜ਼ਨਸ ਕਲੀਅਰ ਕਰ ਲਈ ਵੀ ਮੋਨੋਪੋਲੀ ਦੇ ਕਿਉਂ ਰੀਜ਼ਨਸ ਨੇ ਵੀ ਜਿਸ ਬੇਸ ਤੇ ਮੋਨੋਪੋਲੀ ਫਰਮ ਚੱਲਦੀ ਹੈ। ਇਹਦੇ ਵਿੱਚ ਟਾਈਪਸ ਆਫ ਮੋਨੋਪੋਲੀ ਆਉਂਦੀ ਹੈ। ਮੋਨੋਪੋਲੀਸ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਸਭ ਤੋਂ ਪਹਿਲਾਂ ਮੋਨੋਪੋਲੀ ਆਉਂਦੀ ਹੈ ਜੀ ਤੁਹਾਡੇ ਕੋਲ ਲੀਗਲ ਮੋਨੋਪੋਲੀ, ਕ੍ਰੀਏਟਡ ਬਾਈ ਦੀ ਲਾਅ ਆਫ ਇੱਕ ਕੰਟਰੀ। ਜਦੋਂ ਕਿਸੇ ਵੀ ਕੰਟਰੀ ਦੇ ਕਾਨੂੰਨ ਦੇ ਅਕੋਰਡਿੰਗ ਇੱਕ ਮੋਨੋਪੋਲੀ ਸਿਸਟਮ ਬਣਿਆ ਹੋਇਆ ਵੀ ਇਹ ਚੀਜ਼ ਸਿਰਫ ਇਹੀ ਕੰਪਨੀ ਬਣਾਊਗੀ ਤਾਂ ਉਸ ਤੋਂ ਇਲਾਵਾ ਕੋਈ ਹੋਰ ਕੰਪਨੀ ਨਹੀਂ ਅਵੇਲੇਬਲ ਹੋਊਗੀ, ਇਹਨੂੰ ਅਸੀਂ ਲੀਗਲ ਮੋਨੋਪੋਲੀ ਕਹਿ ਸਕਦੇ ਹਾਂ। ਦੂਸਰੀ ਸਾਡੇ ਕੋਲ ਹੈਗੀ ਹੈ ਇਕਨੋਮਿਕ ਮੋਨੋਪੋਲੀ। ਇਕਨੋਮਿਕ ਮੋਨੋਪੋਲੀ ਹੋਊਗੀ ਜਿੱਥੇ ਅਸੀਂ ਮਾਰਕੀਟ ਦੇ ਵਿੱਚ ਨੋ ਕੰਪੀਟੀਸ਼ਨ ਸੈਟਅਪ ਕੀਤਾ ਹੋਇਆ ਵੀ ਇਸ ਚੀਜ਼ ਦਾ ਕੋਈ ਵੀ ਕੰਪੀਟੀਸ਼ਨ ਨਹੀਂ ਹੈ। ਆਪਣੇ ਖਰਚੇ ਦੇ ਅਕੋਰਡਿੰਗ ਜਦੋਂ ਕੋਈ ਵੀ ਕੰਪਨੀ ਪ੍ਰਾਈਸ ਸੈਟਅਪ ਕਰਦੀ ਹੈ ਉਹਨੂੰ ਅਸੀਂ ਇਕਨੋਮਿਕ ਮੋਨੋਪੋਲੀ ਕਹਾਂਗੇ। ਉਹਨਾਂ ਦੇ ਅਕੋਰਡਿੰਗ ਗਵਰਨਮੈਂਟ ਦੇ ਰੂਲ ਦੇ ਅਕੋਰਡਿੰਗ ਵੀ ਕਹਿ ਸਕਦੇ ਹਾਂ ਵੀ ਕੋਈ ਵੀ ਕੰਪੀਟੀਸ਼ਨ ਅਵੇਲੇਬਲ ਨਹੀਂ ਹੋਊਗਾ ਮਾਰਕੀਟ ਦੇ ਵਿੱਚ। ਜੋ ਪ੍ਰਾਈਸਿਸ ਉਹਨਾਂ ਨੂੰ ਲੱਗਣੇ ਹੋਣਗੇ ਸੈਟਅਪ ਕਰਨੇ ਟਾਈਮ ਦੇ ਅਕੋਰਡਿੰਗ ਵੀ ਖਰਚੇ ਵਧ ਰਹੇ ਹੈਗੇ ਤਾਂ ਪ੍ਰਾਈਸਿਸ ਉੱਦਾਂ ਹੀ ਇੰਕਰੀਜ਼ ਹੁੰਦੀਆਂ ਚਲੇ ਜਾਣਗੀਆਂ। ਥਰਡ ਤੁਹਾਡੇ ਕੋਲ ਹੈਗੀ ਹੈ ਨੈਚੁਰਲ ਮੋਨੋਪੋਲੀ। where there is a market size is too small and there is no competitor। ਜਦੋਂ ਮਾਰਕੀਟ ਸਾਈਜ਼ ਬਹੁਤ ਹੀ ਛੋਟਾ ਹੁੰਦਾ ਹੈ, ਸਿਰਫ ਸਿੰਗਲ ਪਲੇਅਰ ਹੀ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦਾ ਹੈ, ਤਾਂ ਇੱਦਾਂ ਦੀ ਮੋਨੋਪੋਲੀ ਨੂੰ ਅਸੀਂ ਨੈਚੁਰਲ ਮੋਨੋਪੋਲੀ ਕਹਾਂਗੇ। ਕੋਈ ਇੱਦਾਂ ਜ਼ਰੂਰੀ ਨਹੀਂ ਕਿ ਸਿਰਫ ਗਵਰਨਮੈਂਟ ਦੇ ਅਕੋਰਡਿੰਗ, ਕਈ ਵਾਰ ਇੱਦਾਂ ਦੀ ਕੰਡੀਸ਼ਨ ਵੀ ਆ ਜਾਂਦੀ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਸਿਰਫ ਇੱਕੋ ਹੀ ਪਲੇਅਰ ਲੈ ਕੇ ਬੈਠਾ ਹੋਇਆ। ਮੈਂ ਕਹਾਂ ਮਾਰਕੀਟ 'ਚ ਮੈਂ ਕੋਈ ਚੀਜ਼ ਖਰੀਦਣੀ ਹੈ, ਪੂਰੀ ਮਾਰਕੀਟ ਵਿੱਚ ਸਿਰਫ ਇੱਕੋ ਹੀ ਸ਼ਾਪ 'ਤੇ ਅਵੇਲੇਬਲ ਹੈ, ਔਰ ਉਸ ਟਾਈਮ 'ਤੇ ਜਦੋਂ ਬੰਦਾ ਉਹ ਚੀਜ਼ ਨੂੰ ਵਧਾ ਕੇ ਵੇਚਣ ਦੀ ਕੋਸ਼ਿਸ਼ ਕਰਦਾ ਤਾਂ ਉਹ ਨੈਚੁਰਲ ਮੋਨੋਪੋਲੀ ਆਟੋਮੈਟਿਕਲੀ ਕ੍ਰੀਏਟ ਹੋ ਜਾਂਦੀ ਹੈ। ਥਰਡ ਹੈਗੀ ਰੀਜਨਲ ਮੋਨੋਪੋਲੀ। ਰੀਜਨਲ ਰੀਜਨਲ REGIONAL ਰੀਜਨਲ ਮੋਨੋਪੋਲੀ। ਜਦੋਂ ਕਿਸੇ ਏਰੀਆ ਦੇ ਅਕੋਰਡਿੰਗ ਕੋਈ ਪ੍ਰਾਈਸ ਦੇ ਅਕੋਰਡਿੰਗ ਸੈਟਅਪ ਚੱਲਦੀਆਂ ਨੇ, ਅਲੱਗ-ਅਲੱਗ ਏਰੀਆ ਦੇ ਵਿੱਚ ਪ੍ਰਾਈਸ ਹੁੰਦੇ, ਕੋਈ ਇੱਦਾਂ ਦਾ ਏਰੀਆ ਵੀ ਆਉਂਦਾ ਹੈਗਾ ਜਿੱਥੇ ਕੋਈ ਚੀਜ਼ ਮਹਿੰਗੀ ਹੀ ਮਿਲਦੀ ਹੈ। ਰੀਜਨਲ ਜਦੋਂ ਕਿਸੇ ਏਰੀਆ 'ਚ ਕੋਈ ਚੀਜ਼ ਆਟੋ ਮੋਡ ਦੇ ਸਾਨੂੰ ਪ੍ਰਾਈਸ ਮਿਲ, ਮੈਂ ਐਗਜ਼ਾਮਪਲ ਕਰਾਂ ਕੋਈ ਐਸਾ ਸਮਾਨ ਪੰਜਾਬ ਸਸਤਾ ਮਿਲ ਰਿਹਾ, ਅਸੀਂ ਇੱਦਾਂ ਹੀ ਬੈਂਗਲੋਰ ਮਹਾਰਾਸ਼ਟਰ ਸਾਈਡ 'ਤੇ ਚਲੇ ਜਾਈਏ ਜਾਂ ਪੁਣੇ ਵਗੈਰਾ ਚਲੇ ਜਾਈਏ, ਉੱਥੇ ਉਹਨਾਂ ਦੀ ਕੀਮਤ ਜ਼ਿਆਦਾ ਹੈ, ਉੱਥੇ ਜਾ ਕੇ ਉਹ ਚੀਜ਼ ਖਰੀਦਾਂਗੇ ਤਾਂ ਕੀਮਤ ਸਾਨੂੰ ਜ਼ਿਆਦਾ ਲੱਗਦੀ ਹੈਗੀ। ਉਹ ਉੱਦਾਂ ਦੀ ਮੋਨੋਪੋਲੀ ਨੂੰ ਅਸੀਂ ਰੀਜਨਲ ਮੋਨੋਪੋਲੀ ਕਹਿੰਦੇ ਹਾਂ। ਜਿਵੇਂ ਕਿਸੇ ਵੀ ਮਾਰਕੀਟ ਦੇ ਅਕੋਰਡਿੰਗ ਕਹਿ ਦਿਓ, ਜਿਸ ਮਾਰਕੀਟ 'ਚ ਤੁਹਾਨੂੰ ਪ੍ਰਾਈਸ ਜ਼ਿਆਦਾ ਪੇ ਕਰਨੀ ਪੈ ਰਹੀ ਹੈ, ਉੱਥੇ ਉਹ ਰੀਜਨਲ ਦੇ ਅਕੋਰਡਿੰਗ ਵੀ ਮੋਨੋਪੋਲੀ ਹੋ ਜਾਂਦੀ ਹੈ। ਕੁਛ ਨਾ ਕੁਛ ਏਰੀਆ ਸੀ ਆਪਾਂ ਇੰਡੀਆ ਨੂੰ ਡਿਵਾਈਡ ਕਰੀਏ, ਜਿਵੇਂ ਅਸੀਂ ਕੁਛ ਬੈਕਵਰਡ ਏਰੀਆ, ਅਪਵਰਡ ਏਰੀਆ ਜਾਂ ਫਿਰ ਮੀਡੀਅਮ ਸਕੇਲ ਏਰੀਆ ਦੇ ਵਿੱਚ, ਤਾਂ ਪ੍ਰਾਈਸਿਸ ਦਾ ਫਰਕ ਹੈ। ਤੁਸੀਂ ਜਿਵੇਂ ਅਪਵਰਡ ਜਾਓਗੇ, ਮੈਂ ਐਗਜ਼ਾਮਪਲ ਪਹਿਲਾਂ ਹੀ ਕਹੀ ਹੈ ਵੀ ਬੈਂਗਲੋਰ ਚਲੇ ਜਾਓ, ਪੁਣੇ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ, ਦਿੱਲੀ ਚਲੇ ਜਾਓ, ਉੱਥੇ ਕੀਮਤਾਂ ਜ਼ਿਆਦਾ ਨੇ ਜੋ ਪ੍ਰੋਡਕਟ ਅਸੀਂ ਉਰੇ ਲੈ ਰਹੇ ਹੈਗੇ। ਸਾਡੇ ਤੋਂ ਬੈਕਵਰਡ ਏਰੀਆ ਚਲੇ ਜਾਓ, ਜਿਵੇਂ ਇੱਥੇ ਬਠਿੰਡਾ, ਰਾਮਪੁਰਾ ਹੋ ਗਿਆ, ਉੱਥੇ ਅਬੋਹਰ, ਗੰਗਾ ਨਗਰ, ਇੱਥੇ ਵਾਲੇ ਸਾਈਡ 'ਤੇ ਤੁਸੀਂ ਚਲੇ ਜਾਓਗੇ, ਅਬੋਹਰ ਸਾਈਡ ਹੋ ਗਿਆ, ਇਹ ਬੈਕਵਰਡ ਏਰੀਆ ਨੇ, ਹਲੇ ਵੀ ਬੈਕਵਰਡ ਏਰੀਆ ਨੇ, ਉੱਥੇ ਪ੍ਰਾਈਸਿਸ ਸਾਡੇ ਨਾਲੋਂ ਵੀ ਘੱਟ ਨੇ। ਉਹੀ ਚੀਜ਼ ਪੁਰਾਣੇ ਟਾਈਮ ਵਾਲੀਆਂ ਹਲੇ ਵੀ ਚੱਲੀ ਜਾ ਰਹੀਆਂ ਹੈਗੀਆਂ ਨੇ। ਤਾਂ ਇੱਦਾਂ ਦੀ ਇਹਦੀ ਮੋਨੋਪੋਲੀ ਕੰਡੀਸ਼ਨ ਜਦੋਂ ਅਸੀਂ ਕਿਸੇ ਅਪਵਰਡ ਜਾਵਾਂਗੇ ਤਾਂ ਉਹਨੂੰ ਅਸੀਂ ਰੀਜਨਲ ਮੋਨੋਪੋਲੀ ਵੀ ਕਹਿ ਸਕਦੇ ਹਾਂ। ਇਹ ਸੀਗਾ ਤੁਹਾਡਾ ਮਾਰਕੀਟ ਕੰਪੀਟੀਸ਼ਨ ਦਾ 2 ਟੌਪਿਕ, ਜਿਹੜੇ ਇਹਦੇ ਵਿੱਚ ਹਜੇ ਇੱਕ ਹੋਰ ਰਹਿੰਦਾ, ਇੱਕ ਓਲੀਗੋਪੋਲੀ ਵੀ ਸ਼ਾਇਦ ਇੱਕ ਆਉਂਦਾ ਹੈ, ਉਹਨੂੰ ਆਪਾਂ ਕੱਲ੍ਹ ਨੂੰ ਕਲੀਅਰ ਕਰਦੇ ਹਾਂ। 2 ਤੁਹਾਡੇ ਹੋ ਗਏ ਪਰਫੈਕਟ ਕੰਪੀਟੀਸ਼ਨ ਦਾ, ਇੱਕ ਮੋਨੋਪੋਲੀ ਦਾ।